Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕੋਈ ਵੀ ਕੰਮ ਮਨੁੱਖ ਦੋ ਵਾਰ ਕਰਦਾ ਹੈ, ਪਹਿਲਾਂ ਆਪਣੇ ਮਨ ਵਿੱਚ ਤੇ ਫਿਰ ਅਸਲੀਅਤ ਵਿੱਚ। ਜਿਹੜੇ ਕੰਮ ਅਸੀਂ ਹਰ ਰੋਜ਼ ਕਰਦੇ ਹਾਂ, ਸਾਡੇ ਨਿੱਤ ਦੇ ਰੂਟੀਨ ਦਾ ਹਿੱਸਾ ਹਨ, ਉਹਨਾਂ ਬਾਰੇ ਆਪਣੇ ਮਨ ਵਿੱਚ ਅਸੀਂ ਬਹੁਤਾ ਨਹੀਂ ਸੋਚਦੇ। ਪਰ ਜੇ ਕੁਝ ਨਵਾਂ ਕਰਨਾ ਹੋਵੇ ਤੇ ਉਹਦੇ ਬਾਰੇ ਜ਼ਰੂਰ ਪਹਿਲਾਂ ਮਨ ਦੇ ਵਿੱਚ ਵਿਚਾਰ ਕਰਦੇ ਹਾਂ, ਕੋਈ ਪਲਾਨ ਬਣਾਉਂਦੇ ਹਾਂ ਕਿ ਇਸ ਕੰਮ ਨੂੰ ਕਿਵੇਂ ਕਰਨਾ ਹੈ। ਆਪਣੇ ਮਨ ਦੇ ਅੰਦਰ ਹੀ ਅਸੀਂ ਉਸ ਕੰਮ ਨੂੰ ਕਰਕੇ ਵੇਖਦੇ ਹਾਂ ਕਿ ਇੱਦਾਂ ਸ਼ੁਰੂਆਤ ਕਰਾਂਗੇ, ਫਿਰ ਇਹ ਕਰਾਂਗੇ ਤੇ ਇੱਦਾਂ ਸਮਾਪਤੀ ਕਰਾਂਗੇ। ਤੇ ਕੁਝ ਕੰਮ ਅਜਿਹੇ ਹਨ ਜਿਨ੍ਹਾਂ ਦੇ ਬਾਰੇ ਅਸੀਂ ਬਹੁਤ ਹੀ ਜ਼ਿਆਦਾ ਆਪਦੇ ਮਨ ਵਿੱਚ ਸੋਚਦੇ ਹਾਂ, ਜਿਹੜੇ ਕੰਮ ਨੂੰ ਬੜੇ ਹੀ ਢੰਗ ਦੇ ਨਾਲ ਅਸੀਂ ਪਹਿਲਾਂ ਆਪਣੇ ਮਨ ਵਿੱਚ ਕਰਦੇ ਹਾਂ, ਫਿਰ ਅਸਲੀਅਤ ਦੇ ਵਿੱਚ ਕਰਦੇ ਹਾਂ। ਅਜਿਹੇ ਕੰਮਾਂ ਦੀ ਗੱਲਬਾਤ, ਅਜਿਹੇ ਕੰਮਾਂ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 518ਵੇਂ ਅੰਗ ਦੀ ਗੁਰਬਾਣੀ ਦੇ ਵਿੱਚ ਕਰਦੇ ਹਨ। ਵਿਸਥਾਰ ਨਾਲ ਇਸ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਸਾਡੀ ਕੀਤੀ ਹੋਈ ਕੋਸ਼ਿਸ਼ ਚੰਗੀ ਲੱਗੇ, ਸਮਝ ਦੇ ਵਿੱਚ ਗੱਲ ਆ ਜਾਵੇ ਤੇ ਅੱਗੇ ਲੋਕਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਇਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਆਓ ਹੁਣ ਸ਼ੁਰੂਆਤ ਕਰੀਏ। ਪੌੜੀ ਅਕੁਲ ਨਿਰੰਜਨ ਪੁਰਖ ਅਗੰਮ ਅਪਾਰੀਐ, ਸੱਚੋ ਸੱਚਾ ਸੱਚ ਸੱਚ ਨਿਹਾਰੀਐ। ਅਕੁਲ ਭਾਵ ਬਿਨਾਂ ਕੁੱਲ ਦੇ। ਹੇ ਪ੍ਰਮਾਤਮਾ, ਤੇਰੀ ਕੋਈ ਖਾਸ ਕੁੱਲ ਨਹੀਂ, ਤੂੰ ਨਿਰੰਜਨ ਹੈ, ਮਾਇਆ ਦੀ ਕਾਲਖ ਤੈਨੂੰ ਨਹੀਂ ਲੱਗ ਸਕਦੀ। ਪੁਰਖ ਹੈ ਭਾਵ ਕਿ ਸਭਨਾਂ ਵਿੱਚ ਮੌਜੂਦ ਹੈ। ਅਗੰਮ ਅਪਾਰੀਐ, ਤੂੰ ਅਪਹੁੰਚ ਤੇ ਬੇਅੰਤ ਹੈ। ਤੂੰ ਸਦਾ ਹੀ ਕਾਇਮ ਰਹਿਣ ਵਾਲਾ ਤੇ ਸੱਚਮੁੱਚ ਹਸਤੀ ਵਾਲਾ ਵੇਖਣ ਵਿੱਚ ਆਉਂਦਾ ਹੈ। ਕੂੜ ਨਾ ਜਾਪੈ ਕਿਛ ਤੇਰੀ ਧਾਰੀਐ, ਸਭ ਸੈ ਦੇ ਦਾਤਾਰ ਜੇਤ ਉਪਾਰੀਐ। ਕੂੜ ਨਾ ਜਾਪੈ ਕਿਛ ਤੇਰੀ ਧਾਰੀ ਹੈ। ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਇਹਦੇ ਵਿੱਚ ਕੋਈ ਵੀ ਚੀਜ਼ ਫਰਜ਼ੀ ਜਾਂ ਮਨ ਘੜਤ ਨਹੀਂ ਜਾਪਦੀ। ਸਭ ਸੈ ਦੇ ਦਾਤਾਰ ਜੇਤ ਉਪਾਰੀ ਹੈ। ਤੇ ਜਿੰਨੀ ਵੀ ਸ੍ਰਿਸ਼ਟੀ ਤੂੰ ਪੈਦਾ ਕੀਤੀ ਹੈ, ਉਹਦੇ ਵਿਚਲੇ ਸਾਰੇ ਹੀ ਜੀਵਾਂ ਨੂੰ ਤੂੰ ਦਾਤਾਂ ਬਖਸ਼ਦਾ ਹੈ। ਇਕਤ ਸੂਤ ਪਰੋਏ ਜੋਤ ਸੰਜਾਰੀਐ, ਹੁਕਮੇ ਭਵ ਜਲ ਮੰਝ ਹੁਕਮੇ ਤਾਰੀਐ। ਤੂੰ ਸਾਰੇ ਹੀ ਜੀਵਾਂ ਨੂੰ, ਸਾਰੀ ਹੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪ ਇੱਕ ਧਾਗੇ ਵਿੱਚ ਪਰੋਇਆ ਹੋਇਆ ਹੈ। ਸਾਰੇ ਜੀਵਾਂ ਦੇ ਵਿੱਚ ਤੂੰ ਆਪਣੀ ਜੋਤ ਮਿਲਾਈ ਹੋਈ ਹੈ। ਹੁਕਮੇ ਭਵ ਜਲ ਮੰਝ ਹੁਕਮੇ ਤਾਰੀਐ, ਆਪਣੇ ਹੁਕਮ ਅੰਦਰ ਹੀ ਤੂੰ ਜੀਵਾਂ ਨੂੰ ਸੰਸਾਰ ਸਮੁੰਦਰ ਵਿੱਚ ਫਸਾਉਂਦਾ ਹੈ ਤੇ ਆਪਣੇ ਹੁਕਮ ਵਿੱਚ ਹੀ ਉਹਨਾਂ ਨੂੰ ਪਾਰ ਲੰਘਾਉਂਦਾ ਹੈ। ਜੀਵਾਂ ਦੇ ਹੱਥ ਵੱਸ ਨਹੀਂ ਹੈ ਕਿ ਉਹਨਾਂ ਨੇ ਇਸ ਭਵਜਲ ਦੇ ਵਿੱਚ ਫਸਣਾ ਕਿ ਇਹਦੇ ਤੋਂ ਪਾਰ ਲੰਘਣਾ। ਇਹ ਪਰਮਾਤਮਾ ਦਾ ਹੁਕਮ ਹੈ ਹਰ ਇੱਕ ਜੀਵ ਦੇ ਲਈ। ਕਿਸੇ ਲਈ ਇਹ ਹੁਕਮ ਹੈ ਕਿ ਤੂੰ ਭਵਜਲ ਵਿੱਚ ਫਸਿਆ ਰਹਿ, ਮਾਇਆ ਦੇ ਜੰਜਾਲ ਵਿੱਚ ਫਸਿਆ ਰਹਿ। ਤੇ ਕਿਸੇ ਲਈ ਇਹ ਹੁਕਮ ਹੈ ਕਿ ਤੂੰ ਮਾਇਆ ਤੋਂ ਉੱਪਰ ਉੱਠ ਜਾ, ਸਥਿਰ ਹੋ ਜਾ, ਤੂੰ ਸਹਿਜ ਅਵਸਥਾ ਨੂੰ ਹਾਸਲ ਕਰ ਲੈ। ਤੂੰ ਕਿਰਤਕਾਰ ਕਰਦਾ ਹੋਇਆ ਵੀ ਮੋਹ ਤੋਂ ਉੱਪਰ ਉੱਠ ਜਾ। ਤੇ ਇੱਥੇ ਇਹ ਵੀ ਅਸੀਂ ਜਾਣ ਲਈਏ, ਜ਼ਿਆਦਾਤਰ ਲੋਕਾਂ ਦੇ ਲਈ, ਜ਼ਿਆਦਾਤਰ ਜੀਵਾਂ ਦੇ ਲਈ ਪਰਮਾਤਮਾ ਦਾ ਹੁਕਮ ਇਹੀ ਹੈ ਕਿ ਤੁਸੀਂ ਭਵਜਲ ਦੇ ਵਿੱਚ ਫਸੇ ਰਹੋ। ਕੋਈ ਵਿਰਲੇ ਵਾਂਝੇ ਹਨ ਜਿਨ੍ਹਾਂ ਦੇ ਲਈ ਪ੍ਰਭੂ ਦਾ ਹੁਕਮ ਹੈ ਕਿ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੋ। ਕਿਸੇ ਵੀ ਗੱਲ 'ਤੇ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਸਾਰੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘੀਏ। ਪ੍ਰਮਾਤਮਾ ਦੀ ਮਿਹਰ ਹੋਈ ਤੇ ਅਸੀਂ ਜ਼ਰੂਰ ਲੰਘਾਂਗੇ। ਜੇ ਪ੍ਰਮਾਤਮਾ ਦਾ ਹੁਕਮ ਹੀ, ਜੇ ਪ੍ਰਮਾਤਮਾ ਦਾ ਪਲਾਨ ਹੀ ਸਾਡੇ ਲਈ ਇਹ ਹੋਇਆ ਕਿ ਅਸੀਂ ਸੰਸਾਰ ਸਮੁੰਦਰ ਵਿੱਚ ਫਸੇ ਰਹੀਏ ਤੇ ਅਸੀਂ ਫਸੇ ਰਵਾਂਗੇ। ਤੇ ਇਹ ਗੱਲ ਜਾਣ ਕੇ ਫਸੇ ਰਹਿਣ ਦੇ ਵਿੱਚ ਵੀ ਸਾਨੂੰ ਖੁਸ਼ੀ ਮਹਿਸੂਸ ਕਰਨੀ ਚਾਹੀਦੀ, ਕਿਉਂਕਿ ਅਸੀਂ
ਚਾਹ ਕੇ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦੇ। ਹੁਕਮੇ ਭਵ ਜਲ ਮੰਝ, ਹੁਕਮੇ ਤਾਰੀਐ। ਪ੍ਰਭ ਜੀਓ ਤੁਧ ਧਿਆਏ ਸੋਏ, ਜਿਸ ਭਾਗ ਮਥਾਰੀਐ। ਤੇਰੀ ਗਤ ਮਿਤ ਲਖੀ ਨਾ ਜਾਏ, ਹਉ ਤੁਧ ਬਲਿਹਾਰੀਐ। ਹੇ ਪ੍ਰਭੂ ਜੀ, ਤੈਨੂੰ ਉਹੀ ਮਨੁੱਖ ਸਿਮਰਦਾ ਹੈ ਜਿਸ ਦੇ ਮੱਥੇ ਉੱਤੇ ਭਾਗ ਹੋਵੇ। ਤੇਰੀ ਗਤ ਮਿਤ ਲਖੀ ਨਾ ਜਾਏ। ਤੇਰੀਆਂ ਇਹ ਗੱਲਾਂ, ਤੇਰੇ ਇਹ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਤੂੰ ਕਿੰਨਾ ਵੱਡਾ ਹੈ, ਤੂੰ ਕਿਹੋ ਜਿਹਾ ਹੈ। ਗੁਰੂ ਸਾਹਿਬ ਕਹਿੰਦੇ, ਮੈਂ ਤੇ ਸਿਰਫ ਇੰਨਾ ਕਹਿ ਸਕਦਾ ਹਾਂ, ਹਉ ਤੁਧ ਬਲਿਹਾਰੀਐ, ਕਿ ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਸ਼ਲੋਕ ਮਹਿਲਾ ਪੰਜਵਾਂ। ਜਾ ਤੂੰ ਤੁਸੇ ਮਿਹਰਬਾਨ, ਅਚਿੰਤ ਵਸੈ ਮਨ ਮਾਹੇ। ਜਾ ਤੂੰ ਤੁਸੇ ਮਿਹਰਬਾਨ, ਨੌ ਨਿਧ ਘਰ ਮਹਿ ਪਾਹੇ। ਤੁਸੇ ਤੋਂ ਭਾਵ ਤੁਠਣਾ, ਖੁਸ਼ ਹੋ ਜਾਣਾ, ਪ੍ਰਸੰਨ ਹੋ ਜਾਣਾ। ਹੇ ਮਿਹਰਬਾਨ ਪ੍ਰਭੂ, ਜੇ ਤੂੰ ਤੁਰਠ ਜਾਏ, ਜੇ ਤੂੰ ਖੁਸ਼ ਹੋ ਜਾਏ, ਤਾਂ ਤੂੰ ਸਹਿਜ ਸੁਭਾਅ ਹੀ ਜੀਵਾਂ ਦੇ ਮਨ ਵਿੱਚ ਆ ਵਸਦਾ ਹੈ। ਅਚਿੰਤ ਵਸੈ ਮਨ ਮਾਹੇ। ਜਾਂ ਤੂੰ ਤੁਸੈ ਮਿਹਰਬਾਨ, ਨੌ ਨਿਧ ਘਰ ਮਹਿ ਪਾਹੇ। ਜੇ ਤੂੰ ਕਿਸੇ ਜੀਵ ਤੋਂ ਤੁਰਠ ਜਾਏ, ਖੁਸ਼ ਹੋ ਜਾਏ, ਤਾਂ ਉਹ ਜੀਵ ਮਾਨੋ 9 ਖਜ਼ਾਨੇ ਹਿਰਦੇ ਘਰ ਵਿੱਚ ਹੀ ਲੱਭ ਲੈਂਦਾ ਹੈ। ਜਾਂ ਤੂੰ ਤੁਸੈ ਮਿਹਰਬਾਨ, ਤਾਂ ਗੁਰ ਕਾ ਮੰਤਰ ਕਮਾਹੇ। ਜਾਂ ਤੂੰ ਤੁਸੈ ਮਿਹਰਬਾਨ, ਤਾਂ ਨਾਨਕ ਸੱਚ ਸਮਾਹੇ। ਜੇ ਤੂੰ ਕਿਸੇ ਜੀਵ ਤੋਂ ਤੁਰਠ ਜਾਏ, ਖੁਸ਼ ਹੋ ਜਾਏ, ਤਾਂ ਉਹ ਜੀਵ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦੇ ਹਨ ਤੇ ਸੱਚ ਵਿੱਚ ਲੀਨ ਹੋ ਜਾਂਦੇ ਹਨ। ਮਹਿਲਾ ਪੰਜਵਾਂ। ਕੀਤੀ ਬਹਿਨ ਬਹਿਣੇ, ਮੁੱਚ ਵਜਾਇਨ ਵੱਜ। ਨਾਨਕ ਸੱਚੇ ਨਾਮ ਬਿਨ, ਕਿਸੈ ਨ ਰਹੀਆ ਲੱਜ। ਹੇ ਨਾਨਕ, ਇਸ ਜਗਤ ਵਿੱਚ ਬੇਅੰਤ ਜੀਵ ਇਹਨਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਵਾਜੇ ਵਜਾ ਗਏ ਹਨ। ਬੇਅੰਤ ਹੀ ਜੀਵ ਇਸ ਸੰਸਾਰ ਦੇ ਵਿੱਚ ਆਏ ਹਨ। ਬੜਾ ਕੁਝ ਉਹਨਾਂ ਨੇ ਖੱਟਿਆ ਹੈ, ਘਾਲਿਆ ਹੈ। ਜਗਤ ਦੇ ਵਿੱਚ ਬੜੀਆਂ ਪ੍ਰਾਪਤੀਆਂ ਕੀਤੀਆਂ ਨੇ, ਜਗਤ ਨੂੰ ਅੱਗੇ ਵੱਲ ਤੋਰਿਆ ਹੈ, ਨਵੀਆਂ ਕਾਢਾਂ ਕੱਢੀਆਂ ਨੇ, ਪਰ ਇੱਥੇ ਰਹੇ ਨਹੀਂ। ਬੜੇ ਜੀਵ ਆਏ, ਬੜਾ ਕੁਝ ਕੀਤਾ, ਬਹੁਤ ਬਾਜੇ ਵਜਾ ਗਏ, ਪਰ ਇੱਥੋਂ ਚਲੇ ਗਏ। ਕੁਝ ਇੱਜ਼ਤ ਲੈ ਕੇ ਚਲੇ ਗਏ, ਕੁਝ ਬੇਇੱਜ਼ਤ ਹੋ ਕੇ ਚਲੇ ਗਏ। ਗੁਰੂ ਸਾਹਿਬ ਕਹਿੰਦੇ, ਸੱਚੇ ਨਾਮ ਤੋਂ ਵਾਂਝੇ ਰਹਿ ਕੇ ਕਿਸੇ ਦੀ ਵੀ ਇੱਜ਼ਤ ਨਹੀਂ ਰਹੀ। ਪੌੜੀ। ਤੁਧ ਧਿਆਇਨ ਵੇਦ ਕਤੇਬਾ ਸਣ ਖੜੇ। ਗਣਤੀ ਗਣੀ ਨਾ ਜਾਏ, ਤੇਰਾ ਦਰ ਪੜੇ। ਹੇ ਪ੍ਰਭੂ, ਤੌਰੇਤ, ਜ਼ਬੂਰ, ਅੰਜੀਲ, ਕੁਰਾਨ, ਇਹ ਕਤੇਬਾਂ, ਇਹਨਾਂ ਦੇ ਸਮੇਤ ਵੇਦ ਕਹਿਣ ਤੋਂ ਭਾਵ ਕਿ ਸਾਰੇ ਹੀ ਹਿੰਦੂ ਤੇ ਮੁਸਲਮਾਨ ਆਦਿਕ ਸਾਰੇ ਹੀ ਮਤਾਂ ਦੇ ਧਰਮ ਪੁਸਤਕ ਤੈਨੂੰ ਖੜੇ ਸਿਮਰ ਰਹੇ ਹਨ। ਤੁਧ ਧਿਆਇਨ ਵੇਦ ਕਤੇਬਾ ਸਨ ਖੜੇ। ਗਣਤੀ ਗਣੀ ਨਾ ਜਾਏ, ਤੇਰਾ ਦਰ ਪੜੇ। ਕਿੰਨੇ ਹੀ ਜੀਵ ਤੇਰੇ ਦਰ ਤੇ ਡਿੱਗੇ ਹੋਏ ਨੇ, ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ। ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ। ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ। ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ, ਕਈ ਇੰਦਰ ਤੈਨੂੰ ਧਿਆਉਂਦੇ ਹਨ। ਹੇ ਹਰੀ, ਕਈ ਸ਼ਿਵ ਤੇ ਵਿਸ਼ਨੂੰ ਦੇ ਅਵਤਾਰ ਤੇਰਾ ਜਸ ਆਪਣੇ ਮੂੰਹੋਂ ਉਚਾਰ ਰਹੇ ਹਨ। ਪੀਰ ਪਿਕਾਵਰ ਸ਼ੇਖ ਮਸਾਇਕ ਔਲੀਏ। ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਕਈ ਪੀਰ ਪੈਗੰਬਰ ਬੇਅੰਤ ਸ਼ੇਖ ਤੇ ਵਲੀ ਤੇਰੇ ਗੁਣ ਗਾ ਰਹੇ ਨੇ। ਹੇ ਨਿਰੰਕਾਰ, ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿੱਚ ਤੂੰ ਹੀ ਮੌਲ ਰਿਹਾ ਹੈ। ਗੁਰੂ ਸਾਹਿਬ ਪਹਿਲਾਂ ਵੀ ਕਹਿ ਕੇ ਗਏ ਹਨ ਕਿ ਹਰੇਕ ਸਰੀਰ ਦੇ ਵਿੱਚ, ਹਰੇਕ ਜੀਵ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਵਸੀ ਹੋਈ ਹੈ। ਕੂੜੋ ਕਰੇ ਵਿਨਾਸ਼ ਧਰਮੇ ਤੱਗੀਐ।
ਜਿਤ ਜਿਤ ਲਾਏ ਹੈ ਆਪ ਤਿਤ ਤਿਤ ਲੱਗੀਐ। हे ਪ੍ਰਭੂ, ਝੂਠ ਦੇ ਕਾਰਨ ਜੀਵ ਆਪਣੇ ਆਪ ਦਾ ਨਾਸ ਕਰ ਲੈਂਦਾ ਹੈ। ਧਰਮ ਦੇ ਰਾਹੀਂ ਤੇਰੇ ਨਾਲ ਜੀਵਾਂ ਦੀ ਤੋੜ ਨਿਭ ਜਾਂਦੀ ਹੈ, ਪਰ ਤੇ ਇਹ ਬਹੁਤ ਹੀ ਮਹੱਤਵਪੂਰਨ ਪਰ ਹੈ। ਇਸ ਤੋਂ ਅੱਗੇ ਜੋ ਗੱਲ ਗੁਰੂ ਸਾਹਿਬ ਕਹਿ ਰਹੇ ਨੇ ਉਹ ਬੜੀ ਹੀ ਮਹੱਤਵਪੂਰਨ ਹੈ। ਇਹ ਗੱਲ ਸਾਨੂੰ ਆਪਣੇ ਹਿਰਦਿਆਂ ਦੇ ਵਿੱਚ ਜ਼ਰੂਰ ਪੱਕੀ ਕਰ ਲੈਣੀ ਚਾਹੀਦੀ ਹੈ ਕਿ ਜਿਤ ਜਿਤ ਲਾਈ ਹੈ ਆਪ ਤਿਤ ਤਿਤ ਲੱਗੀ ਹੈ। ਕਿਸੇ ਵੀ ਜੀਵ ਦਾ ਕੋਈ ਕਸੂਰ ਨਹੀਂ। ਸਾਡੀ ਸੋਚ ਦੇ ਨਾਲ ਜੇ ਸਾਹਮਣੇ ਵਾਲੇ ਦੀ ਸੋਚ ਨਹੀਂ ਮਿਲ ਰਹੀ, ਜੇ ਸਾਡੇ ਅਨੁਸਾਰ ਉਹ ਗਲਤ ਕੰਮ ਕਰ ਰਿਹਾ ਹੈ, ਕਸੂਰ ਉਹਦਾ ਨਹੀਂ, ਉਹਨੂੰ ਪਰਮਾਤਮਾ ਨੇ ਜਿੱਧਰ ਲਾਇਆ ਉਹ ਉਧਰ ਹੀ ਲੱਗਿਆ ਹੋਇਆ ਹੈ। ਜਿੱਤ ਜਿੱਤ ਲਾਏ ਹੈ ਆਪ ਤਿੱਤ ਤਿੱਤ ਲੱਗੀ ਹੈ। ਜਿੱਧਰ ਜਿੱਧਰ ਤੂੰ ਆਪ ਲਾਉਂਦਾ ਹੈ ਉਧਰ ਉਧਰ ਹੀ ਲੱਗ ਸਕੀਦਾ ਹੈ। ਪਰਮਾਤਮਾ ਦੇ ਹੁਕਮ ਤੋਂ ਬਾਹਰ ਹੋ ਕੇ ਕੋਈ ਵੀ ਜੀਵ ਕੁਝ ਵੀ ਨਹੀਂ ਕਰ ਸਕਦਾ। ਸ਼ਲੋਕ ਮਹਿਲਾ ਪੰਜਵਾਂ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਨਾਨਕ ਅੱਜ ਕੱਲ ਆਵਸੀ, ਗਾਫਲ ਫਾਹੀ ਪੇਰ। ਗਾਫਲ ਮਨੁੱਖ ਚੰਗੇ ਕੰਮਾਂ ਵਿੱਚ ਆਲਸ ਕਰਦਾ ਹੈ ਤੇ ਭੈੜੇ ਕੰਮਾਂ ਵਿੱਚ ਸ਼ੇਰ ਹੁੰਦਾ ਹੈ। ਪਰ ਹੇ ਨਾਨਕ, ਗਾਫਲ ਦਾ ਪੈਰ ਛੇਤੀ ਹੀ ਮੌਤ ਦੀ ਫਾਹੀ ਵਿੱਚ ਆ ਜਾਂਦਾ ਹੈ। ਮੌਤ ਉਹਨੂੰ ਆ ਦਬੋਚਦੀ ਹੈ। ਇਹਨਾਂ ਪੰਕਤੀਆਂ ਨੂੰ ਪੜ੍ਹਦੇ ਹੋਏ ਵੀ ਅਸੀਂ ਇਹ ਗੱਲ ਜ਼ਰੂਰ ਚੇਤੇ ਰੱਖੀਏ ਕਿ ਜੇਕਰ ਕੋਈ ਗਾਫਲ ਹੈ ਤਾਂ ਉਹ ਆਪਣੇ ਆਪ ਤੋਂ ਗਾਫਲ ਨਹੀਂ ਹੈ। ਪਰਮਾਤਮਾ ਨੇ ਉਹਨੂੰ ਗਾਫਲ ਕੀਤਾ ਹੋਇਆ, ਤਾਂ ਹੀ ਉਹ ਗਾਫਲ ਹੈ। ਅਤੇ ਜਿਸ ਮੌਤ ਦੀ ਇੱਥੇ ਗੱਲ ਹੋ ਰਹੀ ਹੈ, ਗਾਫਲ ਮਨੁੱਖ ਦੇ ਸੰਦਰਭ ਵਿੱਚ ਉਹ ਆਤਮਿਕ ਮੌਤ ਦੀ ਗੱਲ ਹੋ ਰਹੀ ਹੈ ਕਿ ਜਿਹੜਾ ਭੈੜੇ ਕੰਮਾਂ ਦੇ ਵਿੱਚ ਸ਼ੇਰ ਹੈ ਉਹਨੂੰ ਤੇ ਆਤਮਿਕ ਮੌਤ ਤੇ ਆਈ ਹੀ ਰਹਿੰਦੀ ਹੈ। ਕਈ ਵਾਰ ਸਰੀਰਕ ਮੌਤ ਵੀ ਆ ਜਾਂਦੀ ਹੈ। ਹੁਣ ਜਦੋਂ ਮਨੁੱਖ ਭੈੜੇ ਭੈੜੇ ਕੰਮ ਕਰੇਗਾ, ਪੁੱਠੇ ਪੁੱਠੇ ਪੰਗੇ ਲਏਗਾ ਤੇ ਕਿਤੇ ਨਾ ਕਿਤੇ ਜ਼ਰੂਰ ਫਸ ਜਾਏਗਾ ਤੇ ਸਰੀਰਕ ਮੌਤ ਵੀ ਸਹੇੜ ਲਵੇਗਾ। ਆਤਮਿਕ ਮੌਤ ਤੇ ਲਾਜ਼ਮੀ ਹੀ ਹੈ। ਮਹਿਲਾ ਪੰਜਵਾਂ। ਕੀਤੀਆਂ ਕੁਢੰਗ, ਗੁੱਜਾ ਥੀਐ ਨਾ ਹਿਤ। ਨਾਨਕ ਤੈ ਸ਼ੈ ਢਕਿਆ, ਮਨ ਮਹਿ ਸੱਚਾ ਮਿੱਤ। ਹੇ ਨਾਨਕ ਦੇ ਪ੍ਰਭੂ, ਸਾਡੇ ਕਈ ਖੋਟੇ ਕਰਮ ਤੇ ਖੋਟੇ ਕਰਮਾਂ ਦਾ ਮੋਹ ਤੈਥੋਂ ਲੁਕਿਆ ਹੋਇਆ ਨਹੀਂ। ਤੂੰ ਹੀ ਸਾਡੇ ਮਨ ਵਿੱਚ ਸੱਚਾ ਮਿੱਤਰ ਹੈ। ਤੂੰ ਸਾਡੇ ਉਹਨਾਂ ਖੋਟੇ ਕਰਮਾਂ 'ਤੇ ਪਰਦਾ ਪਾ ਰੱਖਿਆ ਹੈ। ਸਾਨੂੰ ਜਗਤ ਵਿੱਚ ਨਸ਼ਰ ਨਹੀਂ ਹੋਣ ਦਿੰਦੇ। ਇਹ ਹਨ ਉਹ ਕਰਮ ਜਿਹੜੇ ਮਨੁੱਖ ਲਾਜ਼ਮੀ 2 ਵਾਰ ਕਰਦਾ ਹੈ। ਇੱਕ ਵਾਰ ਤੇ ਪੱਕਾ ਹੀ ਕਰਦਾ ਹੈ, ਦੂਜੀ ਵਾਰ ਕਰਨ ਤੋਂ ਕਈ ਵਾਰ ਆਪਣੇ ਆਪ ਨੂੰ ਰੋਕ ਵੀ ਪਾਉਂਦਾ ਹੈ। ਪਰ ਰੋਕਦਾ ਵੀ ਤਾਂ ਹੈ ਜੇ ਪ੍ਰਮਾਤਮਾ ਦਾ ਹੁਕਮ ਉਹਦੇ ਲਈ ਹੋਵੇ ਕਿ ਉਹ ਆਪਣੇ ਆਪ ਨੂੰ ਰੋਕ ਪਾਏਗਾ। ਮਨ ਦੇ ਵਿੱਚ ਬੜੇ ਹੀ ਤਰ੍ਹਾਂ ਦੇ ਵਿਚਾਰ ਆਉਂਦੇ ਨੇ, ਚੰਗੇ ਮੰਦੇ, ਅਤੇ ਕੋਈ ਵੀ ਮਨੁੱਖ ਉਹਦੇ ਮਨ ਵਿੱਚ ਆਉਣ ਵਾਲੇ 100% ਵਿਚਾਰਾਂ ਦੇ ਉੱਤੇ ਐਕਟ ਨਹੀਂ ਕਰਦਾ। ਇਹ ਨਹੀਂ ਕਿ ਕੋਈ ਮਨੁੱਖ ਅਜਿਹੇ ਹਨ ਕਿ ਜਿਨ੍ਹਾਂ ਦੇ ਮਨ 'ਚ ਜੋ ਵਿਚਾਰ ਆਇਆ ਉਹਨਾਂ ਨੇ ਉਹੀ ਕਰ ਲੈਣਾ। ਨਹੀਂ, ਅਜਿਹਾ ਤਾਂ ਕੋਈ ਵੀ ਮਨੁੱਖ ਨਹੀਂ ਹੋਏਗਾ, ਕਿਉਂਕਿ ਜੇ ਇੰਜ ਹੋਣ ਲੱਗ ਗਿਆ ਤਾਂ ਪਰਲੋ ਆਈ ਲਓ। ਮਨੁੱਖ ਦਾ ਮਨ ਅਜਿਹੀ ਚੀਜ਼ ਹੈ ਜਿਹਦੇ ਅੰਦਰ ਭੈੜੇ ਤੋਂ ਭੈੜੇ ਵਿਚਾਰ ਵੀ ਆਉਂਦੇ ਨੇ, ਚੰਗੇ ਤੋਂ ਚੰਗੇ ਵਿਚਾਰ ਵੀ ਆਉਂਦੇ ਨੇ। ਪਰ ਨਾਲ ਦੀ ਨਾਲ ਉਸ ਪਰਮਾਤਮਾ ਨੇ ਮਨੁੱਖ ਨੂੰ ਇੱਕ ਸੋਚਣ ਸ਼ਕਤੀ ਬਖਸ਼ੀ ਹੈ, ਜਿਹਦੇ ਆਧਾਰ 'ਤੇ ਉਹ ਮਨ ਵਿੱਚ ਆਉਣ ਵਾਲੇ ਵਿਚਾਰ 'ਤੇ ਵਿਚਾਰ ਕਰਦਾ ਹੈ ਕਿ ਇਹ ਚੰਗਾ ਹੈ, ਮਾੜਾ ਹੈ। ਜੇ ਮੈਂ ਜਿਵੇਂ ਵਿਚਾਰ ਮੇਰੇ ਮਨ 'ਚ ਆ ਰਿਹਾ ਹੈ ਇਹਦੇ 'ਤੇ ਇਸੇ ਤਰ੍ਹਾਂ ਕੰਮ ਕਰਾਂ, ਐਕਟ ਕਰਾਂ ਤਾਂ ਇਹਦੇ ਨਤੀਜੇ ਕੀ ਨਿਕਲਣਗੇ। ਅਤੇ ਬੜੇ ਵਾਰ ਮਨੁੱਖ ਉਹਨਾਂ ਨਤੀਜਿਆਂ ਨੂੰ ਚਿਤਾਰ ਕੇ ਜੇ ਕੰਮ ਚੰਗਾ ਹੈ ਤਾਂ ਕਰ ਲੈਂਦਾ ਹੈ, ਜੇ ਮਾੜਾ ਹੈ ਤਾਂ ਕਈ ਵਾਰ ਆਪਣੇ ਆਪ ਨੂੰ ਵਰਜ ਵੀ ਲੈਂਦਾ ਹੈ। ਪਰ ਮਨ ਦੇ ਵਿੱਚ ਤੇ ਖਿਆਲ ਆ ਗਿਆ, ਮਨ ਦੇ ਵਿੱਚ ਤੇ ਇੱਕ ਵਾਰ ਉਹ ਕੰਮ ਉਹਨੇ ਕਰ ਲਿਆ। ਅਤੇ ਕਿੰਨਾ ਸੋਹਣਾ ਸਿਸਟਮ ਉਸ ਪਰਮਾਤਮਾ ਨੇ ਬਣਾਇਆ ਹੋਇਆ ਹੈ
ਕਿ ਮਨ ਦੇ ਵਿੱਚ ਹੋਇਆ ਉਹ ਕੰਮ ਸਿਰਫ ਤੁਹਾਨੂੰ ਪਤਾ ਹੈ ਤੇ ਉਸ ਪਰਮਾਤਮਾ ਨੂੰ ਪਤਾ ਹੈ, ਕਿਸੇ ਹੋਰ ਨੂੰ ਨਹੀਂ ਪਤਾ। ਪਰਮਾਤਮਾ ਨੇ ਉਹ ਪਰਦਾ ਪਾਇਆ ਹੋਇਆ ਹੈ ਸਾਡੇ ਖੋਟੇ ਕਰਮਾਂ ਦੇ ਉੱਤੇ। ਜੇ ਉਹ ਜਗ ਜ਼ਾਹਰ ਹੋ ਜਾਵਣ ਤੇ ਹਰ ਮਨੁੱਖ ਇੱਥੇ ਫਸਿਆ ਫਿਰੇ ਕਿਸੇ ਨਾ ਕਿਸੇ ਕਾਂਡ ਦੇ ਵਿੱਚ। ਕਿਤੀਆਂ ਕੁਟੰਗ ਗੁੱਜਾ ਥੀਐ ਨਾ ਹਿੱਤ, ਨਾਨਕ ਤੈ ਸ਼ਹਿ ਟਕਿਆ ਮਨ ਮਹਿ ਸੱਚਾ ਮਿੱਤ। ਇਸੇ ਲਈ ਹੀ ਗੁਰੂ ਸਾਹਿਬ ਉਸ ਪਰਮਾਤਮਾ ਨੂੰ ਸੱਚਾ ਮਿੱਤਰ ਦੱਸਦੇ ਹਨ। ਅਸੀਂ ਆਪਣੇ ਸੱਚੇ ਤੋਂ ਸੱਚੇ ਮਿੱਤਰ ਨੂੰ, ਗੂੜੇ ਤੋਂ ਗੂੜੇ ਮਿੱਤਰ ਨੂੰ ਵੀ ਕੋਈ ਗੱਲ ਦੱਸ ਦਈਏ ਤੇ ਚਾਂਸ ਹੁੰਦਾ ਕਿ ਉਹ ਉਸ ਗੱਲ ਨੂੰ ਅੱਗੇ ਜ਼ਰੂਰ ਕਿਸੇ ਨਾ ਕਿਸੇ ਕੋਲ ਖੋਲ੍ਹ ਦੇਵੇਗਾ, ਪਰ ਪਰਮਾਤਮਾ ਨਹੀਂ ਖੋਲ੍ਹਦਾ। ਪਰਮਾਤਮਾ ਸਾਡੇ ਖੋਟੇ ਕਰਮਾਂ ਦੇ ਉੱਤੇ ਪਰਦੇ ਪਾ ਕੇ ਰੱਖਦਾ ਹੈ। ਇਸੇ ਲਈ ਸਭ ਤੋਂ ਸੱਚਾ ਮਿੱਤਰ ਉਹ ਪਰਮਾਤਮਾ ਹੀ ਹੈ। ਪੌੜੀ ਹਉ ਮੰਗੋ ਤੁਝੈ ਦਇਆਲ, ਕਰ ਦਾਸਾਂ ਗੋਲਿਆ, ਨੌ ਨਿਧ ਪਾਈ ਰਾਜ ਜੀਵਾਂ ਬੋਲਿਆ। ਹੇ ਦਇਆ ਦੇ ਘਰ ਪ੍ਰਭੂ, ਮੈਂ ਤੈਥੋਂ ਇਹ ਮੰਗਦਾ ਹਾਂ ਕਿ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ। ਤੇਰਾ ਨਾਮ ਉਚਾਰਦਿਆਂ ਹੀ ਮੈਂ ਜਿਉਂਦਾ ਹਾਂ ਤੇ ਮਾਨੋ 9 ਖਜ਼ਾਨੇ ਤੇ ਧਰਤੀ ਦਾ ਰਾਜ ਪਾ ਲੈਂਦਾ ਹਾਂ। ਅੰਮ੍ਰਿਤ ਨਾਮ ਨਿਧਾਨ ਦਾਸਾਂ ਘਰ ਘਣਾ, ਤਿਨ ਕੈ ਸੰਗ ਨਿਹਾਲ ਸ਼੍ਰਵਣੀ ਜਸ ਸੁਣਾ। ਇਹ ਅੰਮ੍ਰਿਤ ਨਾਮ ਰੂਪ ਖਜ਼ਾਨਾ ਤੇਰੇ ਸੇਵਕਾਂ ਦੇ ਘਰ ਵਿੱਚ ਬਹੁਤ ਹੈ। ਜਦੋਂ ਮੈਂ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਕੰਨਾਂ ਨਾਲ ਤੇਰਾ ਜਸ ਸੁਣਦਾ ਹਾਂ, ਮੈਂ ਨਿਹਾਲ ਹੋ ਜਾਂਦਾ ਹਾਂ। ਕਮਾਵਾਂ ਤਿਨ ਕੀ ਕਾਰ, ਸਰੀਰ ਪਵਿੱਤ ਹੋਏ, ਪੱਖਾ ਪਾਣੀ ਪੀਸ ਵਿਗਸਾਂ ਪੈਰ ਧੋਏ। ਜਿਉਂ-ਜਿਉਂ ਮੈਂ ਉਹਨਾਂ ਦੀ ਸੇਵਾ ਕਰਦਾ ਹਾਂ, ਮੇਰਾ ਸਰੀਰ ਪਵਿੱਤਰ ਹੁੰਦਾ ਹੈ। ਉਹਨਾਂ ਨੂੰ ਪੱਖਾ ਝੱਲ ਕੇ, ਉਹਨਾਂ ਲਈ ਪਾਣੀ ਢੋ ਕੇ, ਚੱਕੀ ਪੀ ਕੇ ਤੇ ਉਹਨਾਂ ਦੇ ਪੈਰ ਧੋ ਕੇ ਮੈਂ ਖੁਸ਼ ਹੁੰਦਾ ਹਾਂ। ਆਪੋ ਕਛੂ ਨਾ ਹੋਏ, ਪ੍ਰਭ ਨਦਰ ਨਿਹਾਲੀਐ, ਮੋਹਿ ਨਿਰਗੁਣ ਦੀਜੈ ਥਾਉ, ਸੰਤ ਧਰਮ ਸਾਲੀਐ। ਪਰ ਹੇ ਪ੍ਰਭੂ, ਮੈਥੋਂ ਆਪਣੇ ਆਪ ਤੋਂ ਕੁਝ ਨਹੀਂ ਹੋ ਸਕਦਾ। ਤੂੰ ਹੀ ਮੇਰੇ ਵੱਲ ਮਿਹਰ ਦੀ ਨਜ਼ਰ ਨਾਲ ਤੱਕ ਤੇ ਮੈਨੂੰ ਗੁਣਹੀਨ ਨੂੰ ਸੰਤਾਂ ਦੀ ਸੰਗਤ ਵਿੱਚ ਥਾਂ ਦੇ। ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਅਰਦਾਸ ਬੇਨਤੀ ਕਰਦੇ ਹਨ ਉਸ ਪਰਮਾਤਮਾ ਅੱਗੇ ਕਿ ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ ਲੈ। ਨਾਲ ਹੀ ਦੱਸਦੇ ਹਨ ਕਿ ਉਹਨਾਂ ਦੀ ਸੇਵਾ ਕਰਕੇ ਮੈਨੂੰ ਪ੍ਰਸੰਨਤਾ ਮਿਲਦੀ ਹੈ, ਖੁਸ਼ੀ ਮਿਲਦੀ ਹੈ। ਅਸੀਂ ਵੀ ਉਸ ਪਰਮਾਤਮਾ ਅੱਗੇ ਹੀ ਅਰਦਾਸ ਕਰੀਏ ਕਿ ਇਹ ਭਾਵ ਸਾਡੇ ਹਿਰਦਿਆਂ ਵਿੱਚ ਵੀ ਵਸ ਜਾਵੇ। ਸਾਡਾ ਆਪਾ ਭਾਵ ਵੀ ਇੰਨਾ ਨੀਵਾਂ ਹੋ ਜਾਵੇ ਕਿ ਅਸੀਂ ਵੀ ਪਰਮਾਤਮਾ ਦੇ ਦਾਸਾਂ ਦੇ ਦਾਸ ਹੋ ਕੇ ਖੁਸ਼ੀ ਮਹਿਸੂਸ ਕਰੀਏ। ਸ਼ਲੋਕ ਮਹਿਲਾ ਪੰਜਵਾਂ। ਸਾਜਨ ਤੇਰੇ ਚਰਨ ਕੀ, ਹੋਏ ਰਹਾ ਸਦ ਤੂਰ, ਨਾਨਕ ਸ਼ਰਨ ਤੁਹਾਰੀਆ, ਪੇਖੋ ਸਦਾ ਹਜੂਰ। ਹੇ ਨਾਨਕ, ਇਉਂ ਆਖ ਕਿ ਹੇ ਸੱਜਣ, ਮੈਂ ਸਦਾ ਤੇਰੇ ਪੈਰਾਂ ਦੀ ਖਾਕ ਹੋਇਆ ਰਹਾ। ਮੈਂ ਤੇਰੀ ਸ਼ਰਨ ਪਿਆ ਰਹਾ ਤੇ ਤੈਨੂੰ ਹੀ ਆਪਣੇ ਅੰਗ ਸੰਗ ਵੇਖਾਂ। ਮਹਿਲਾ ਪੰਜਵਾਂ। ਪਤਿਤ ਪੁਨੀਤ ਅਸੰਖ ਹੋਏ, ਹਰ ਚਰਣੀ ਮਨ ਲਾਗ, 68 ਤੀਰਥ ਨਾਮ ਪ੍ਰਭ, ਜਿਸ ਨਾਨਕ ਮਸਤਕ ਭਾਗ। ਵਿਕਾਰਾਂ ਵਿੱਚ ਡਿੱਗੇ ਹੋਏ ਵੀ ਬੇਅੰਤ ਜੀਵ ਪਵਿੱਤਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਲੱਗ ਜਾਏ। ਕਿਸੇ ਮਨੁੱਖ ਦੀ ਬਿਰਤੀ ਨਾ ਪੱਖੀ ਹੈ, ਮੰਦੇ ਵਿਚਾਰ ਉਹਦੇ ਮਨ ਵਿੱਚ ਆਉਂਦੇ ਨਹੀਂ। ਜਾਂ ਇਹ ਕਹਿ ਲਓ ਕਿ ਮੰਦੇ ਚੰਗੇ ਵਿਚਾਰ ਹਰ ਮਨ ਵਿੱਚ ਆਉਂਦੇ ਨੇ। ਕਈਆਂ ਦੇ ਮਨ ਵਿੱਚ 90% ਚੰਗੇ ਵਿਚਾਰ ਆਉਂਦੇ ਨੇ, 10% ਮੰਦੇ, ਤੇ ਕਈਆਂ ਦੇ ਲਈ ਇਹ ਉਲਟਾ ਵੀ ਹੈ। ਤੇ ਜਿਨ੍ਹਾਂ ਦੇ ਲਈ ਉਲਟਾ ਹੈ, ਉਹਨਾਂ ਜੀਵਾਂ ਨੂੰ ਅਸੀਂ ਵਿਕਾਰਾਂ ਵਿੱਚ ਡਿੱਗੇ ਹੋਏ ਕਹਿ ਸਕਦੇ ਹਾਂ। ਪਰ ਜੇ ਉਹਨਾਂ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਲੱਗ ਜਾਵੇ ਤੇ ਉਹਨਾਂ ਦੀ ਕਾਇਆ ਪਲਟ ਹੋ ਜਾਂਦੀ ਹੈ। ਜਿਹੜੇ 90% ਵਿਚਾਰ ਮੰਦੇ ਉਹਨਾਂ ਦੇ ਮਨ ਵਿੱਚ ਆਉਂਦੇ ਸੀ, ਉਹ ਚੰਗੇ ਆਉਣ ਲੱਗਦੇ ਨੇ, ਪਤਿਤ ਪੁਨੀਤ ਹੋ ਜਾਂਦੇ ਨੇ। ਉਹ
ਵਿਕਾਰਾਂ 'ਚ ਡਿੱਗੇ ਹੋਏ ਪਵਿੱਤਰ ਹੋ ਜਾਂਦੇ ਨੇ। ਪ੍ਰਭੂ ਦਾ ਨਾਮ ਹੀ 68 ਤੀਰਥ ਹੈ। ਪਰ ਹੇ ਨਾਨਕ, ਇਹ ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਹਦੇ ਮੱਥੇ ਤੇ ਇਸ ਨਾਮ ਨੂੰ ਹਾਸਲ ਕਰਨ ਦੇ ਭਾਗ ਲਿਖੇ ਹਨ। ਪੌੜੀ। ਨਿਤ ਜਪੀਐ ਸਾਸ ਗਿਰਾਸ, ਨੌ ਪਰਬ ਦਿਗਾਰਦਾ, ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ। ਹੇ ਭਾਈ, ਪਾਲਣਹਾਰ ਪ੍ਰਭੂ ਦਾ ਨਾਮ ਸਾਹ ਲੈਂਦਿਆਂ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ। ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ, ਉਸ ਨੂੰ ਆਪਣੇ ਮਨੋਂ ਨਹੀਂ ਭੁਲਾਉਂਦਾ। ਆਪ ਉਪਾਵਣਹਾਰ ਆਪੇ ਹੀ ਮਾਰਦਾ, ਸਭ ਕਿਛ ਜਾਣੈ ਜਾਣ ਬੁੱਝ ਵਿਚਾਰਦਾ। ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ। ਉਹ ਅੰਤਰਜਾਮੀ ਜੀਵਾਂ ਦੇ ਦਿਲ ਦੀ ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ ਉਸ 'ਤੇ ਵਿਚਾਰ ਵੀ ਕਰਦਾ ਹੈ। ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਜਿਸਨੋ ਲਾਏ ਸੱਚ ਤਿਸੈ ਉਧਾਰਦਾ। ਇੱਕ ਪਲਕ ਵਿੱਚ, ਇੱਕ ਪਲ ਵਿੱਚ, ਇੱਕ ਖਿਨ ਵਿੱਚ ਉਹ ਪਰਮਾਤਮਾ ਕੁਦਰਤ ਦੇ ਅਨੇਕਾਂ ਰੂਪ ਬਣਾ ਦਿੰਦਾ ਹੈ। ਜਿਸ ਮਨੁੱਖ ਨੂੰ ਉਹ ਸੱਚ ਵਿੱਚ ਜੋੜਦਾ ਹੈ, ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਜਿਸ ਦਾ ਹੋਵੈ ਵੱਲ ਸੋ ਕਦੇ ਨਾ ਹਾਰਦਾ, ਸਦਾ ਅਭਗ ਦੀਵਾਨ ਹੈ, ਹਉ ਤਿਸ ਨਮਸਕਾਰਦਾ। ਪ੍ਰਭੂ ਜਿਸ ਜੀਵ ਦੇ ਪੱਖ ਵਿੱਚ ਹੋ ਜਾਂਦਾ ਹੈ, ਉਹ ਜੀਵ ਵਿਕਾਰਾਂ ਦੇ ਟਾਕਰੇ ਤੇ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰਦਾ ਨਹੀਂ। ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ। ਮੈਂ ਉਸ ਨੂੰ ਨਮਸਕਾਰ ਕਰਦਾ ਹਾਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 518ਵੇਂ ਅੰਕ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਪਰਮਾਤਮਾ ਦੇ ਅੰਤਰਜਾਮੀ ਹੋਣ ਬਾਰੇ ਬੜੇ ਹੀ ਸੋਹਣੇ ਢੰਗ ਦੇ ਨਾਲ ਸਾਨੂੰ ਦੱਸਿਆ ਤੇ ਸਾਨੂੰ ਚੇਤਾ ਕਰਵਾਇਆ ਕਿ ਬੇਸ਼ੱਕ ਅਸੀਂ ਇਹ ਮੰਨੀਏ ਕਿ ਪਰਮਾਤਮਾ ਸਾਡੇ ਵੱਲ ਨਹੀਂ, ਪਰਮਾਤਮਾ ਸਾਡਾ ਮਿੱਤਰ ਨਹੀਂ, ਪਰ ਪਰਮਾਤਮਾ ਇੱਕ ਅਜਿਹਾ ਮਿੱਤਰ ਹੈ ਜੋ ਬਿਨਾਂ ਜਤਾਏ ਆਪਣੀ ਮਿੱਤਰਤਾ ਨਿਭਾਉਂਦਾ ਹੈ। ਸਾਡੇ ਖੋਟੇ ਕਰਮਾਂ 'ਤੇ ਪਰਦੇ ਪਾ ਕੇ ਸਾਡੇ ਮਨ ਵਿੱਚ ਆਉਣ ਵਾਲੇ ਖੋਟੇ ਮੰਦੇ ਵਿਚਾਰਾਂ ਦੇ ਉੱਪਰ ਕੰਮ ਕਰਨ ਤੋਂ ਸਾਨੂੰ ਵਰਜ ਕੇ ਉਹ ਆਪਣਾ ਮਿੱਤਰਤਾ ਦਾ ਫਰਜ਼ ਨਿਭਾਉਂਦਾ ਹੈ ਤੇ ਇੱਕ ਸੱਚੇ ਮਿੱਤਰ ਵਾਂਗ ਸਦਾ ਸਾਡੇ ਨਾਲ ਹੈ। ਹੁਣ ਜਦੋਂ ਅਸੀਂ ਇਹ ਗੱਲ ਜਾਣ ਲਈ ਹੈ ਤੇ ਉਸ ਪਰਮਾਤਮਾ ਨੂੰ ਹਮੇਸ਼ਾ ਹੀ ਸਦਾ ਅੰਗ ਸੰਗ ਮਹਿਸੂਸ ਕਰਨ ਦੀ ਜ਼ਰੂਰ ਕੋਸ਼ਿਸ਼ ਕਰੀਏ। ਬਲਕਿ ਉਸ ਪਰਮਾਤਮਾ ਨੂੰ ਚੇਤੇ ਕਰਨ ਦਾ ਇੱਕ ਸੋਹਣਾ ਢੰਗ ਸਾਨੂੰ ਮਿਲ ਗਿਆ ਹੈ। ਜਦੋਂ ਹੀ ਮਨ ਦੇ ਵਿੱਚ ਕੋਈ ਮੰਦਾ ਵਿਚਾਰ ਆਵੇ ਤੇ ਅਸੀਂ ਉਹਦੇ 'ਤੇ ਐਕਟ ਨਾ ਕਰੀਏ ਤੇ ਨਾਲ ਦੀ ਨਾਲ ਸਾਨੂੰ ਪਰਮਾਤਮਾ ਨੂੰ ਚੇਤੇ ਕਰਨਾ ਚਾਹੀਦਾ ਕਿ ਧੰਨਵਾਦ ਹੈ ਪਰਮਾਤਮਾ ਜੀ, ਤੁਸੀਂ ਮੈਨੂੰ ਇਸ ਮਾੜੇ ਵਿਚਾਰ 'ਤੇ ਕੰਮ ਕਰਨ ਤੋਂ ਰੋਕ ਲਿਆ, ਵਰਜ ਲਿਆ। ਕਦੇ ਕਿਸੇ ਗੱਲ 'ਤੇ ਅਸੀਂ ਔਖੇ ਹੋ ਜਾਈਏ, ਗੁੱਸਾ ਕਰਨ ਨੂੰ ਜੀ ਕਰੇ ਤੇ ਆਪਣੇ ਆਪ ਨੂੰ ਰੋਕ ਪਾਈਏ ਉਸ ਵਕਤ ਤੇ ਉਸ ਪਰਮਾਤਮਾ ਦੇ ਧੰਨਵਾਦੀ ਹੋਈਏ ਕਿ ਇਹ ਪਰਮਾਤਮਾ ਤੂੰ ਹੀ ਸੀ ਮੇਰਾ ਸੱਚਾ ਮਿੱਤਰ ਜਿਹਨੇ ਮੈਨੂੰ ਵਰਜ ਲਿਆ। ਤੇ ਆਖਰੀ ਵਾਲੀ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ ਉਸ ਪਰਮਾਤਮਾ ਦੇ ਗੁਣਾਂ ਦੀ, ਉਹਦੀਆਂ ਤਾਕਤਾਂ ਦੀ ਇੱਕ ਬੜੀ ਹੀ ਸੋਹਣੀ ਤਸਵੀਰ ਖਿੱਚੀ ਹੈ। ਜਿਵੇਂ ਜਿਵੇਂ ਅਸੀਂ ਉਸ ਪੌੜੀ ਨੂੰ ਪੜ੍ਹਦੇ ਹਾਂ, ਨਿਹਾਲ ਹੁੰਦੇ ਜਾਂਦੇ ਹਾਂ, ਪਰਮਾਤਮਾ ਦਾ ਅਕਸ ਸਾਡੇ ਮਨ ਵਿੱਚ ਵੱਡੇ ਤੋਂ ਵੱਡਾ ਹੁੰਦਾ ਜਾਂਦਾ ਹੈ। ਉਮੀਦ ਕਰਦੇ ਹਾਂ ਇਹ ਗੱਲਾਂ ਤੁਸੀਂ ਵੀ ਮਹਿਸੂਸ ਕੀਤੀਆਂ ਹੋਣਗੀਆਂ। ਤੇ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਵੀ ਕਰਦੇ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।